बेशुमार अथः अगणित अतुल्य ज्यों बुलावो त्यों नानक दास बोलै। ज्यों बुलावो त्यों बोलह स्वामी, कुदरत कवन हमारी। साध संग नानक जस गायो, जो प्रभ की अत प्यारी। जो हमरी बिद होती मेरे सतगुरा, साबिद तुम हर जानो आपे। हम रुलते फिरते कोई बात ना पूछता, गुर सतगुर संग की रे हम थापे। धन धन गुरु नानक जन केरा, जित मिलिया चूकै सब सोग संतापै। सिख मत सब बुद्ध तुम्हारी, मंदिर शावा तेरे। तुद बिन अवर ना जाना मेरे साहिबा, गुण गावा नित तेरे। वाहिगुरु जी का खालसा, वाहिगुरु जी की फतेह। तन तन बाला प्रीतम ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਕੱਦਸ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਸਵਾਰੇ ਗੁਰਮੁਖ ਸਤ ਸੰਗੀਓ ਅਤੇ ਟੀਵੀ ਮਾਧਿਅਮ ਦੇ ਰਾਹੀਂ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਆਪਣੇ ਆਪਣੇ ਘਰਾਂ ਵਿੱਚ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੈ ਜੋ ਆਪ ਰੋਜ਼ਾਨਾ ਹੀ ਗੁਰ ਸ਼ਬਦ, ਗੁਰ ਬਾਣੀ, ਗੁਰ ਉਪਦੇਸ਼ ਦੇ ਨਾਲ ਸਾਂਝ ਪਾਉਂਦੇ ਹੋ। ਰੱਬੀ ਬਾਣੀ ਆਸਾ ਜੀ ਵਾਰ ਦੇ ਸ਼ਬਦ ਕੀਰਤਨ ਪਾਵਨ ਅਸਥਾਨ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਹੁਣੇ ਹੀ ਮਾਣਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਤਿਨਾਂ ਨੇ ਆਪ ਜੀ ਨੂੰ ਅੱਜ ਦਾ ਜੋ ਲੜੀਵਾਰ ਚੱਲ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਰੋਜ਼ਾਨਾ ਆਪ ਸਰਵਣ ਕਰਦੇ ਹੋ, ਜਿਸ ਸ਼ਲੋਕ ਸ਼ਬਦ ਦੀ ਵਿਚਾਰ ਅੱਜ ਕਰਨੀ ਹੈ ਉਹ ਸਰਵਣ ਕਰਵਾਇਆ ਹੈ। ਆਓ ਗੁਰੂ ਚਰਨਾਂ ਵਿੱਚ ਮਨ ਚਿੱਤ ਬਿਰਤੀਆਂ ਨੂੰ ਜੋੜਦੇ ਹੋਏ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ ਵਾਹਿਗੁਰੂ।
ਇਹ ਜੋ 2 ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਦੀਨ ਦੁਨੀਆ ਦੇ ਮਾਲਕ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਲੋਕ ਵਾਰਾਂ ਤੇ ਵਧੇਕ ਇਸ ਸਰਲੇਖ ਹੇਠ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ ਵੱਖਰੇ ਵੱਖਰੇ ਪ੍ਰਕਰਨ ਜਿਹੜੇ ਨੇ ਉਹ ਸਾਹਮਣੇ ਰੱਖ ਕਰਕੇ ਸੇ ਸਾਨੂੰ ਗਿਆਨ ਸੋਝੀ ਬਖਸ਼ਿਸ਼ ਕੀਤੀ ਹੈ। ਸਾਡੇ ਜੀਵਨ ਨੂੰ ਸੁਧਾਰਨ ਵਾਸਤੇ, ਸਾਡੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ ਕਿਸ ਤਰ੍ਹਾਂ ਅਸੀਂ ਉਸ ਮਾਲਕ ਤੋਂ ਵਿਛੜੇ ਹੋਏ, ਟੁੱਟੇ ਹੋਏ ਉਸ ਮਾਲਕ ਵਾਹਿਗੁਰੂ ਦੇ ਨਾਲ ਜੋ ਸਾਡੇ ਜੀਵਨ ਦਾ ਜੀਵਨ ਆਧਾਰ ਹੈ ਉਸ ਨਾਲ ਜੁੜ ਸਕਦੇ ਹਾਂ। ਜਿਹੜਾ ਪ੍ਰਕਰਨ ਚੱਲ ਰਿਹਾ ਸੀ ਉਹਦੇ ਵਿੱਚ ਬੰਬੀਹਾ ਜੀਵ ਰੂਪ ਬੰਬੀਹਾ ਉਹਦਾ ਪ੍ਰਕਰਨ ਸੀ, ਉਹਦਾ ਬਿੰਬ ਸੀ ਮਹਾਰਾਜ ਜੀ ਨੇ ਰੱਖਿਆ ਇਹਨਾਂ ਸ਼ਲੋਕਾਂ ਦੇ ਵਿੱਚ। 4 ਸ਼ਲੋਕ ਤੁਸੀਂ ਲੜੀਵਾਰ ਵਿਚਾਰ ਸਰਵਣ ਕੀਤੀ ਹੈ। ਜੀਵ ਬੰਬੀਹੇ ਦੇ ਪ੍ਰਤੀ ਮਹਾਰਾਜ ਨੇ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਆ ਹੈ। ਅੱਜ ਕੱਲ ਆਲੋਕ ਗੀਤ ਜਾਂ ਸਿੰਗਰ ਅੱਜ ਕੱਲ ਦੇ ਬੜੇ ਬੱਚਾ ਬੰਬੀਹਾ ਕਰਦਾ ਹੈ। ਮੇਰੇ ਖਿਆਲ ਦੇ ਨਾਲ ਬੰਬੀਹਾ ਬੋਲੇ ਬਹੁਤ ਇਸ ਤਰ੍ਹਾਂ ਬੱਚੇ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹ ਗਾ ਰਹੀ ਹੈ, ਵਜਾ ਰਹੀ ਹੈ। ਲੇਕਿਨ ਜਿਹੜਾ ਸਾਡੇ ਗੁਰੂ ਨੇ, ਸਾਡੇ ਮਾਲਕ ਨੇ ਸਾਨੂੰ ਜੀਵ ਬੰਬੀਹੇ ਦੇ ਬਾਰੇ ਜਿਹੜੀ ਸੋਝੀ ਬਖਸ਼ੀ ਹੈ, ਸਾਨੂੰ ਸ਼ਾਇਦ ਬਹੁਤ ਵਿਰਲਿਆਂ ਨੂੰ ਪਤਾ ਹੋਵੇ। ਦੁਨਿਆਵੀ ਬੰਬੀਹਿਆਂ ਤੇ ਦੁਨਿਆਵੀ ਲੋਕਾਂ ਗੀਤਾਂ ਦੇ ਵਿੱਚ ਤੇ ਉਸ ਮਸਤੀ ਦੇ ਵਿੱਚ ਅਸੀਂ ਦਿਨ ਰਾਤ ਰਹਿੰਦੇ ਹਾਂ, ਪਰ ਆਤਮਿਕ ਜੀਵਨ ਦੀ ਸਫਲਤਾ ਦੇ ਲਈ ਮਹਾਰਾਜ ਨੇ ਜਿਹੜੀ ਸੋਝੀ ਤੇ ਗਿਆਨ, ਬਹੁਤ ਕੀਮਤੀ ਗਿਆਨ ਬਖਸ਼ਿਸ਼ ਕੀਤਾ ਹੈ। ਸਾਨੂੰ ਇਸ ਸ਼ਬਦ ਦੇ ਵਿੱਚ ਉਸ ਬੰਬੀਹੇ ਦੇ ਬਾਰੇ ਸਾਨੂੰ ਮੇਰੇ ਖਿਆਲ ਦੇ ਨਾਲ ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ, ਸੋਝੀ ਹੋਵੇਗੀ ਕਿ ਦਰਬਾਰ ਸਾਹਿਬ ਦੇ ਅੰਦਰ ਜਾਂ ਗੁਰੂ ਘਰ ਦੇ ਅੰਦਰ ਅਕਸਰ ਇਹ ਸ਼ਬਦ ਜਿਹੜੇ ਨੇ ਗਾਏ ਜਾਂਦੇ ਨੇ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਮਹਾਰਾਜ ਕਹਿੰਦੇ ਨੇ ਇਹ ਮਨੁੱਖ ਜਿਹੜਾ ਹੈ ਨਾ, ਇਹ ਬੰਬੀਹਾ ਹੈ। ਜੀਵ ਬੰਬੀਹਾ, ਉਹ ਬੰਬੀਹਾ ਜਿਹਦੀ ਸਿਰਫ ਪ੍ਰੀਤ, ਜਿਸ ਦਾ ਪਿਆਰ ਸਿਰਫ ਤੇ ਸਿਰਫ ਸ਼ਵੰਤੀ ਬੂੰਦ ਦੇ ਨਾਲ ਹੈ। ਜੀਵ ਬੰਬੀਹੇ ਦੀ ਜਿਹੜੀ ਰੱਬੀ ਨਾਮ ਤੱਤ ਜਿਹਨੂੰ ਕਹਿ ਸਕਦੇ ਹਾਂ, ਜਿਹਦੀ ਉਸ ਤੱਤ ਦੇ ਨਾਲ ਸਾਂਝ ਹੈ, ਜਿਹਦੀ ਪਿਆਸ ਤੱਤ ਰੂਪ ਅੰਮ੍ਰਿਤ ਹੈ। ਇਸ ਸ਼ਬਦ ਦੇ ਵਿੱਚ ਉਸ ਬੰਬੀਹੇ ਦੀ ਗੱਲ ਕੀਤੀ ਹੈ, ਕਿਉਂਕਿ ਹੋਰ ਕਿਸੇ ਪੰਛੀ ਦੀ ਤਸ਼ਬੀਹ ਨਹੀਂ ਦਿੱਤੀ ਗਈ, ਕਿਸੇ ਹੋਰ ਜੀਵ ਦੀ ਤਸ਼ਬੀਹ ਨਹੀਂ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਪੜ੍ਹੋਗੇ, ਵਿਚਾਰੋਗੇ ਤੇ ਉਹ ਤਸ਼ਬੀਹਾਂ ਨੇ ਜਿਨ੍ਹਾਂ ਦੇ ਕੋਈ ਸਾਰਥਕ ਮਾਇਨੇ ਨੇ, ਜਿਨ੍ਹਾਂ ਦੇ ਬੜੇ ਗਹਿਰੇ ਭਾਵ ਨੇ। ਮਛਲੀ ਦੀ ਉਦਾਹਰਣ ਹੈ। ਜਦੋਂ ਮਹਾਰਾਜ ਪ੍ਰੀਤ ਦੀ ਗੱਲ ਕਰਦੇ ਨੇ ਤੇ ਪ੍ਰੀਤ ਦੀ ਗੱਲ ਸਮਝਾਉਣ ਵਾਸਤੇ ਪਿਆਰ ਕਿਹੋ ਜਿਹਾ ਹੋਵੇ, ਪ੍ਰੀਤ ਕਿਹੋ ਜਿਹੀ ਹੋਵੇ, ਉਹ ਗੁਰੂ ਸਾਹਿਬ ਮੱਛੀ ਦੀ ਉਦਾਹਰਣ ਦਿੰਦੇ ਨੇ, ਕੱਛੂ ਕੰਮੇ ਦੀ ਨਹੀਂ ਦਿੰਦੇ। ਕਿਸੇ ਹੋਰ ਉਦਾਹਰਣ ਉਹ ਸੈਕੰਡ ਨੇ, ਫਸਟ ਜਿਹੜੀ ਹੈ ਉਹ
ਮੱਛੀ ਦੀ ਉਦਾਹਰਨ ਹੈ। ਇਸੇ ਤਰ੍ਹਾਂ ਹੋਰ ਵੀ ਤੁਸੀਂ ਸ਼ਬਦ ਪੜ੍ਹੋਗੇ ਤੇ ਕੁਛ ਜਿਹੜੀਆਂ ਵੱਖਰੀਆਂ ਹੀ ਜਾਤਾਂ ਨੇ ਜੀਵਾਂ ਦੀਆਂ, ਉਹਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝ ਸੋਝੀ ਗਿਆਨ ਬਖਸ਼ਿਸ਼ ਕੀਤਾ ਹੈ। ਹੁਣ ਮੱਛੀ ਕੇਵਲ ਜਲ ਦੇ ਵਿੱਚ ਰਹਿੰਦੀ ਹੈ, ਪਾਣੀ ਦੇ ਵਿੱਚੋਂ ਕੱਢ ਦਿਓ ਤੇ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਉਹਦੀ ਪ੍ਰੀਤ, ਉਹਦਾ ਪਿਆਰ, ਉਹਦਾ ਸਨੇਹ ਜਿਹੜਾ ਹੈ ਉਹ ਕੇਵਲ ਪਾਣੀ ਦੇ ਨਾਲ ਹੀ ਹੈ। ਤੇ ਮਹਾਰਾਜ ਨੇ ਕਿਹਾ ਹੈ, ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਚਾਤਰਿਕ ਦੀ ਫਿਰ ਦੂਸਰੀ ਉਦਾਹਰਨ ਹੈ। ਇਹ ਚਾਤਰਿਕ ਦਾ ਜਿਹੜਾ ਦੂਸਰਾ ਨਾਮ ਹੈ ਉਹ ਬੰਬੀਹਾ ਹੈ। ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਉਹਦਾ ਆਧਾਰ ਪਾਣੀ ਹੈ। ਕੋਈ ਵੀ ਪਾਣੀ ਹੋਵੇ, ਕਿਸੇ ਵੀ ਪਾਣੀ ਦੇ ਵਿੱਚ ਮੱਛੀ ਰਹਿ ਸਕਦੀ ਹੈ, ਲੇਕਿਨ ਚਾਤਰਿਕ ਦਾ, ਬੰਬੀਹੇ ਦਾ ਆਧਾਰ ਜਿਹੜਾ ਹੈ ਉਹ ਆਮ ਪਾਣੀ ਨਹੀਂ ਹੈ। ਇਤੇ ਜਲ ਬਰਸਦੇ ਤਿੱਖ ਮਰੇ। ਬੜਾ ਪਾਣੀ ਬਰਸਦਾ ਹੋਵੇ, ਬੜੇ ਜਲ ਬਰਸਦੇ ਹੋਣ, ਲੇਕਿਨ ਬੰਬੀਹਾ ਜਿਹੜਾ ਹੈ, ਚਾਤਰਿਕ ਜਿਹੜਾ ਹੈ ਉਹ ਤਿੱਖ ਮਰੇ। ਉਹ ਉਹਨਾਂ ਪਾਣੀਆਂ ਦੇ ਨਾਲ ਉਹਦੀ ਪਿਆਸ ਨਹੀਂ ਬੁਝਦੀ, ਕਿਉਂਕਿ ਉਹਦੀ ਪਿਆਸ ਬੁਝਾਉਣ ਵਾਲੀ ਬੂੰਦ ਜਿਹੜੀ, ਇਹ ਕਿਹਾ ਜਾਂਦਾ ਹੈ ਕਿ ਉਹ ਸਵੰਤੀ ਬੂੰਦ ਹੈ। ਸਵਾਂਤ ਨਛੱਤਰ ਦੇ ਵਿੱਚ ਇਹ ਕਲਪਨਾ ਹੈ ਕਿ ਜਿਹੜੀ ਬੂੰਦ ਬਰਸਦੀ ਹੈ, ਉਹ ਇੱਕ ਬੂੰਦ ਜਿਹੜੀ ਹੈ ਉਹਨੂੰ ਬਹੁਤਿਆਂ ਪਾਣੀਆਂ ਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ ਹੈ। ਜਿੰਨਾ ਮਰਜ਼ੀ ਪਾਣੀ ਬਰਸਦੇ ਹੋਣ, ਉਹਦੀ ਪਿਆਸ ਸਿਰਫ ਜਿਹੜੀ ਹੈ ਇੱਕ ਉਸ ਬੂੰਦ ਨੇ, ਇੱਕ ਬੂੰਦ ਨੇ ਉਹਦੀ ਪਿਆਸ ਬੁਝਾਉਣੀ ਹੈ, ਨਹੀਂ ਤੇ ਤਿੱਖ ਮਰੇ, ਪਿਆਸਾ ਮਰ ਜਾਂਦਾ ਹੈ। ਉਹਨੂੰ ਮਹਾਰਾਜ ਕਹਿੰਦੇ ਨੇ, ਆਨ ਜਲਾਸਿਓ ਕਾਜ ਨਾ ਕਛੂਐ। ਉਹਨੂੰ ਹੋਰ ਕਿਸੇ ਜਲ ਦੇ ਨਾਲ ਕੋਈ ਮਤਲਬ ਨਹੀਂ ਹੈ, ਕੋਈ ਕਾਜ ਨਹੀਂ ਹੈ। ਕਾਜ ਨਾ ਕਛੂਐ। ਉਹ ਅਰਦਾਸ ਕਰਦਾ ਹੈ, ਹਰ ਬੂੰਦ ਚਾਤਰਿਕ ਕੋ ਦੀਜੇ। हे ਵਾਹਿਗੁਰੂ, ਮੈਨੂੰ ਚਾਤਰਿਕ ਨੂੰ ਹਰੀ ਨਾਮ ਦੀ ਬੂੰਦ ਦੇ ਦਿਓ। ਜੀ ਬੰਬੀਹੇ ਦੀ ਗੱਲ ਹੈ। ਜਿਹਦੀ ਪਿਆਸ ਤਤ ਗਿਆਨ ਦੀ ਹੈ, ਉਹਨੂੰ ਹੋਰ ਭਰਮਾਂ, ਕਰਮਾਂ, ਕਾਂਡਾਂ, ਹੋਰ ਕਿਸੇ ਅਨ ਗੱਲ ਬਾਤ ਦੇ ਨਾਲ ਕੋਈ ਮਤਲਬ ਨਹੀਂ, ਕੋਈ ਸਰੋਕਾਰ ਨਹੀਂ ਹੈ। ਕੋਈ ਪੁੱਠਾ ਲਟਕ ਰਿਹਾ ਲਟਕੀ ਜਾਵੇ, ਕੋਈ ਅੱਗ ਬਾਲ ਕਰਕੇ ਪੂਰ ਤਾਪ ਗੇਰੀ ਕੇ ਬਸਤਰਾ, ਕੋਈ ਗੇਰੂਏ ਬਸਤਰ ਪਾ ਰਿਹਾ ਹੈ, ਪਾਈ ਫਿਰੇ, ਜੋ ਮਰਜ਼ੀ ਕਰੀ ਜਾਵੇ, ਜਿਹੜਾ ਮਰਜ਼ੀ ਭੇਖ ਬਣਾਏ ਲਗਾ ਫਿਰੇ। ਕੋਈ ਅੱਗ ਬਾਲ ਕਰਕੇ ਆਪਣੇ ਸਰੀਰ ਨੂੰ ਸੇਕ ਰਿਹਾ ਹੈ ਰੱਬ ਦੇ ਨਾਮ ਦੇ ਉੱਪਰ, ਜਾਂ ਕੋਈ ਠੰਡੇ ਪਾਣੀ ਦੇ ਵਿੱਚ, ਬਰਫ਼ ਦੇ ਵਿੱਚ, ਜਾਂ ਤੀਰਥਾਂ ਤੇ ਭ੍ਰਮਣ ਰਟਨ ਕਰ ਰਿਹਾ ਹੈ। ਜੋ ਕੋਈ ਕਰ ਰਿਹਾ ਹੈ ਕਰੀ ਜਾਵੇ, ਕੋਈ ਮਤਲਬ ਨਹੀਂ ਹੈ। ਬੜੀ ਗਹਿਰੀ ਗੱਲ ਹੈ। ਮਹਾਰਾਜ ਕਹਿੰਦੇ ਨੇ, ਜਿਹੜਾ ਤਤ ਦਾ ਖੋਜੀ ਹੈ, ਤਤ ਗਿਆਨ ਦਾ ਜਿਹੜਾ ਜਗਿਆਸੀ ਹੈ, ਉਹਨੂੰ ਉਸ ਤੋਂ ਸਿਵਾ ਹੋਰ ਕੁਛ ਨਹੀਂ ਚਾਹੀਦਾ। ਉਹਨੂੰ ਤੇ ਹਰ ਬੂੰਦ ਨਾਨਕ ਕੋ ਦੀਜੇ, ਉਹਨੂੰ ਤੇ ਹਰੀ ਨਾਮ ਦੀ ਬੂੰਦ ਚਾਹੀਦੀ ਹੈ। ਬਸ ਆਤਮਿਕ ਜੀਵਨ ਜਿਉਣ ਦੀ ਉਹ ਉਪਦੇਸ਼ ਰੂਪੀ ਬੂੰਦ ਚਾਹੀਦੀ ਹੈ, ਜਿਹਦੇ ਨਾਲ ਉਹਦਾ ਜੀਵਨ ਬਦਲ ਜਾਂਦਾ ਹੈ, ਉਹਦੀ ਪਿਆਸ ਮੁੱਕ ਜਾਂਦੀ ਹੈ। ਤੋ ਹੁਣ ਚਾਤਰਿਕ ਜਿਹੜਾ ਹੈ, ਬੰਬੀਹਾ ਜਿਹੜਾ ਹੈ, ਉਹਦੇ ਆਲੇ ਦੁਆਲੇ ਜਿੰਨੇ ਮਰਜ਼ੀ ਪਾਣੀ ਬਰਸ ਰਹੇ ਨੇ, ਜਿੰਨਾ ਮਰਜ਼ੀ ਜਲ ਹੈ, ਮੀਂਹ ਪੈ ਰਿਹਾ ਹੈ, ਉਹਨੂੰ ਉਸ ਮੀਂਹ ਦੇ ਨਾਲ, ਉਹਨਾਂ ਪਾਣੀਆਂ ਦੇ ਨਾਲ ਕੋਈ ਸਰੋਕਾਰ ਨਹੀਂ। ਹੁਣ ਦੇਖੋ, ਪਹਿਲੀ ਉਦਾਹਰਣ ਜਿਹੜੀ ਸੀ ਉਹ ਮਛਲੀ ਦੀ, ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਉਹਦਾ ਆਧਾਰ ਹੀ ਪਾਣੀ ਹੈ। ਜਿੱਥੇ ਵੀ ਪਾਣੀ ਹੋਏਗਾ, ਮੱਛੀ ਨੂੰ ਉੱਥੇ ਜਾ ਕੇ ਪਾ ਦਿਓ, ਜਿੰਦਾ ਰਹੇਗੀ, ਉਹਦੀ ਪ੍ਰੀਤ ਹੈ। ਪਰ ਚਾਤਰਿਕ ਦੀ ਨਹੀਂ ਹੈ ਹੋਰ ਪਾਣੀਆਂ ਦੇ ਨਾਲ। ਚਾਤਰਿਕ ਦੀ ਪ੍ਰੀਤ ਜਿਹੜੀ ਹੈ ਕੇਵਲ ਉਹ ਸਵੰਤੀ ਬੂੰਦ ਦੇ ਨਾਲ ਹੀ ਹੈ। ਹੁਣ ਹੋਰ ਉਦਾਹਰਨਾਂ ਕਿਉਂ ਨਹੀਂ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਕਿਉਂਕਿ ਕਛੂ ਕੰਮਿਆਂ ਜਾਂ ਹੋਰ ਜੀਵ ਜਿਹੜੇ ਨੇ ਪਾਣੀ ਵਿੱਚ ਵੀ ਰਹਿ ਲੈਂਦੇ ਨੇ, ਪਾਣੀ ਤੋਂ ਬਾਹਰ ਵੀ ਰਹਿ ਲੈਂਦੇ ਨੇ, ਲੇਕਿਨ
ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੇ, ਉਹ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ। ਭਗਤ ਰਵਿਦਾਸ ਜੀ ਨੇ ਬੜੀ ਸੁੰਦਰ ਤਹਿ ਤੱਕ, ਬੜੀ ਗਹਿਰਾਈ ਤੱਕ ਜਾ ਕਰਕੇ ਇਹ ਗੱਲ ਸਾਡੇ ਸਾਹਮਣੇ ਰੱਖੀ ਹੈ। ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਕਹਿੰਦੇ ਨੇ ਮੱਛਲੀ ਪਕੜਨ ਵਾਲਿਆਂ ਨੇ ਪਕਰ ਫਾਂਕਿਓ, ਉਹਨੂੰ ਫਾਂਕਿਆ, ਛਿੱਲਿਆ, ਉਹਦੇ ਜਿਹੜੇ ਸਨ ਖੰਭ ਵਗੈਰਾ ਸਾਫ਼ ਕੀਤੇ, ਕਾਟਿਓ ਕੱਟਿਆ। ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁਬਾਨੀ, ਬਾਨੀ ਕਹਿੰਦੇ ਨੇ ਮਸਾਲੇ ਨੂੰ, ਮਸਾਲੇ ਲਾ ਕੇ ਰਾਂਦ ਕੀਓ ਰਿੰਨ ਲਿਆ। ਖਾਣ ਵਾਲੇ ਜਿਹੜੇ ਸਨ ਉਹਨਾਂ ਨੇ ਉਹਨੂੰ ਖਾਧਾ। ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰਕੇ ਫਿਰ ਭੋਜਨ ਕੀਤਾ ਉਹਦਾ। ਹੁਣ ਉਹ ਭੋਜਨ ਕਰਨ ਵਾਲਾ, ਉਸ ਨੂੰ ਖਾਣ ਵਾਲਾ ਜਿਹੜਾ ਹੈ, ਬੜੀ ਅੱਗੇ ਦੀ ਗੱਲ ਜਾ ਕੇ ਭਗਤ ਜੀ ਕਹਿੰਦੇ ਨੇ, ਕਰਦੇ ਨੇ, ਕਹਿੰਦੇ ਨੇ ਉਹ ਬਾਰ-ਬਾਰ ਪਾਣੀ ਮੰਗਦਾ ਹੈ। ਮੱਛਲੀ ਖਾਣ ਵਾਲਾ, ਤੁਸੀਂ ਦੇਖੋ ਕਿ ਸਾਡੇ ਆਲੇ ਦੁਆਲੇ ਸਮਾਜ ਦੇ ਵਿੱਚ ਬੜੀ ਪਿਆਸ ਲੱਗਦੀ ਹੈ ਉਹਨਾਂ ਨੂੰ, ਉਹ ਮਰ ਕੇ ਵੀ ਪਾਣੀ ਮੰਗਦੀ ਹੈ। ਇਸ ਕਰਕੇ ਉਸ ਦੀ ਪ੍ਰੀਤ ਦੀ ਜਿਹੜੀ ਹੈ, ਉਹਦੇ ਲਗਾਵ ਦੀ ਉਦਾਹਰਣ ਦਿੱਤੀ ਹੈ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਪ੍ਰੀਤ ਕਰ ਉਸ ਪ੍ਰਮਾਤਮਾ ਦੇ ਨਾਲ, ਇਦਾਂ ਦਾ ਪਿਆਰ ਕਰ, ਇਦਾਂ ਦਾ ਆਪਣਾ ਲਗਾਵ ਜਿਹੜਾ ਹੈ ਉਸ ਪ੍ਰਮਾਤਮਾ ਦੇ ਨਾਲ ਬਣਾ ਲੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਇਹ ਉਦਾਹਰਣ ਹੈ, ਚਾਤਰਿਕ ਦੀ ਉਦਾਹਰਣ ਹੈ। ਕੇਵਲ ਨਾਮ ਬੂੰਦ ਦੇ ਨਾਲ, ਕੇਵਲ ਪ੍ਰਮਾਤਮਾ ਦੇ ਨਾਲ, ਉਸ ਨਿਰੰਕਾਰ ਦੇ ਨਾਲ ਜੁੜੀ, ਇਧਰ ਉਧਰ ਨਾ ਦੇਖੀ। ਦੂਸਰੀ ਉਦਾਹਰਣ ਜਿਹੜੀ ਇਸੇ, ਇਹ ਚਾਰ ਪਦੇ ਜਿਹੜੇ ਤੁਸੀਂ ਸਰਵਣ ਕੀਤੇ ਨੇ ਪਹਿਲਾਂ, ਤੇ ਅੱਜ ਪੰਜਵਾਂ ਪਦਾ ਜਿਹੜਾ ਹੈ, ਸ਼ਲੋਕ ਜਿਹੜਾ ਹੈ, ਉਹ ਉਚਾਰਨ ਕੀਤਾ ਹੈ। ਇਹਨਾਂ ਦੇ ਵਿੱਚ ਕਿਸ ਤਰ੍ਹਾਂ ਜੀਵ ਰੂਪੀ ਬੰਬੀਹਾ ਜਿਹੜਾ ਹੈ, ਉਹ ਆਪਣੇ ਆਧਾਰ ਤਤ ਗਿਆਨ ਦੇ ਨਾਲ, ਹਰ ਨਾਮ ਦੀ ਬੂੰਦ ਦੇ ਨਾਲ ਜੁੜ ਕਰਕੇ ਉਸ ਦਾ ਜੀਵਨ ਸਫਲ ਹੋ ਸਕੇ, ਬਹੁਤ ਸੋਹਣੇ ਤਰੀਕੇ ਦੇ ਨਾਲ ਚਾਰਾਂ ਪਦਿਆਂ ਦੇ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਹੈ। ਇਹ ਜਿਹੜਾ 58ਵਾਂ ਸ਼ਲੋਕ ਹੈ, ਹਜ਼ੂਰ ਇਸ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਨੇ ਬਾਬੀਹਾ ਸਗਲੀ ਧਰਤੀ ਜੇ ਫਿਰੈ, ਊਡ ਚੜੇ ਆਕਾਸ਼, ਸਤਿਗੁਰ ਮਿਲੈ ਜਲ ਪਾਈਐ, ਚੂਕੈ ਭੂਖ ਪਿਆਸ। ਕਹਿੰਦੇ ਨੇ ਕਿ ਇਹ ਬਬੀਹੇ, ਇਹ ਤਤ ਬੂੰਦ ਦੇ ਖੋਜੀ ਪਿਆਸੇ, ਸਗਲੀ ਧਰਤੀ ਜੇ ਫਿਰੇ, ਜੇ ਤੂੰ ਸਾਰੀ ਧਰਤੀ ਵੀ ਫਿਰ ਲਵੇਂ, ਘੁੰਮ ਲਵੇਂ, ਊਡ ਚੜੇ ਆਕਾਸ਼, ਤੇ ਉੱਡ ਕੇ ਆਕਾਸ਼ ਦੇ ਵਿੱਚ ਦੂਰ ਵੀ ਚਲਾ ਜਾਵੇਂ, ਫਿਰ ਕੇ ਆਕਾਸ਼ ਵਿੱਚ ਉਡਾਰੀਆਂ ਮਾਰ ਕੇ, ਜਗ੍ਹਾ ਜਗ੍ਹਾ ਤੇ ਜਾ ਕੇ, ਥਾਂ ਥਾਂ ਤੇ ਫਿਰ ਕੇ ਵੀ ਤੇਰੀ ਪਿਆਸ ਨਹੀਂ ਬੁੱਝ ਸਕਦੀ। ਫਿਰਨ ਦੇ ਨਾਲ, ਥਾਂ ਥਾਂ ਤੇ ਜਾਣ ਦੇ ਨਾਲ, ਘੁੰਮਣ ਦੇ ਨਾਲ, ਉਡਾਰੀਆਂ ਲਾਉਣ ਦੇ ਨਾਲ ਤੈਨੂੰ ਸਵੰਤੀ ਬੂੰਦ ਨਹੀਂ ਮਿਲ ਸਕਦੀ। ਸਵੰਤੀ ਬੂੰਦ ਨੇ ਤੇਰੀ ਪਿਆਸ ਬੁਝਾਉਣੀ ਹੈ। ਇੱਥੇ ਮਹਾਰਾਜ ਕਹਿੰਦੇ ਨੇ ਕਿ ਬੰਦਾ ਭਾਵੇਂ ਘੁੰਮ ਲਵੇ, ਫਿਰ ਲਵੇ, ਜਿਵੇਂ ਤੀਰਥਾਂ ਦੇ ਰਟਨ ਕਰਦੇ ਨੇ, ਜਗ੍ਹਾ ਜਗ੍ਹਾ ਦੇ ਉੱਪਰ ਫਿਰਦੇ ਨੇ, ਘੁੰਮਦੇ ਨੇ। ਆਤਮਿਕ ਜੀਵਨ ਜਿਹੜਾ ਹੈ ਉਹ ਘੁੰਮਣ ਫਿਰਨ ਜਾਂ ਰਟਨ ਕਰਨ ਦੇ ਨਾਲ ਨਹੀਂ ਪ੍ਰਾਪਤ ਹੁੰਦਾ। ਤਸੱਲੀ ਜਿਹੜੀ ਹੈ ਉਹ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਮਿਲਦੀ। ਸਤਿਗੁਰ ਮਿਲਿਆ ਜਲ ਪਾਈਐ, ਚੁੱਕੇ ਭੂਖ ਪਿਆਸ। हे ਬਬੀਹੇ, ਸਤਿਗੁਰੂ ਨੂੰ ਮਿਲ ਕੇ ਹੀ, ਸਤਿਗੁਰੂ ਦੀ ਪ੍ਰਾਪਤੀ ਕਰਕੇ ਹੀ
ਸਤਿਗੁਰੂ ਦੇ ਆਤਮਿਕ ਉਪਦੇਸ਼ ਦੇ ਨਾਲ ਹੀ ਪਿਆਸ ਬੁਝਣੀ ਹੈ। ਮਨੁੱਖੀ ਜੀਵਨ ਦੀ ਪਿਆਸ ਜਿਹੜੀ ਹੈ, ਤ੍ਰਿਸ਼ਨਾ ਜਿਹੜੀ ਹੈ, ਉਹ ਗਿਆਨ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਨਹੀਂ ਮੁੱਕਦੀ। ਇਸ ਪਿਆਸ ਨੂੰ ਬੁਝਾਉਣ ਦਾ ਸਾਧਨ ਜਿਹੜਾ ਹੈ ਉਹ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਪ੍ਰਭੂ ਦੀ ਯਾਦ ਹੈ, ਜੋ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਨੂੰ ਮਿਲ ਕੇ ਹੀ ਸਦੀਵ ਮੁਕਤੀ ਜਿਹੜੀ ਹੈ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਇਸ ਕਰਕੇ ਤੁਸੀਂ ਬਹੁਤ ਸ਼ਬਦ ਐਸੇ ਨੇ ਇਸ ਪ੍ਰਥਾਏ, ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਜੀਵਨ ਦਾ ਹਨੇਰਾ ਗੁਰੂ ਮਿਟਾਉਣ ਵਾਲਾ ਹੈ, ਉਹਦੇ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਘੁੱਪ ਹਨੇਰਾ ਹੈ ਜੀਵਨ ਦੇ ਵਿੱਚ, ਨਾ ਸਮਝ ਆਉਂਦੀ ਹੈ, ਨਾ ਸੁਰਤ ਦੇ ਵਿੱਚ ਇਕਾਗਰਤਾ, ਖਿੜਾਓ ਪੈਦਾ ਹੁੰਦਾ ਹੈ, ਖੇੜਾ ਪੈਦਾ ਹੁੰਦਾ ਹੈ, ਤੇ ਨਾ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਤੋਂ ਪੈਦਾ ਹੋਏ ਵਿਕਾਰ ਜਿਹੜੇ ਨੇ ਉਹ ਮੁੱਕਦੇ ਨੇ, ਖਤਮ ਹੁੰਦੇ ਨੇ। ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਮੁਕਤੀ ਨਹੀਂ ਪਾ ਸਕਦਾ ਕੋਈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ। ਸਤਿਗੁਰੂ ਨੂੰ ਮਿਲ ਕੇ ਹੀ ਉਹ ਆਤਮਿਕ ਜਲ ਦੀ ਪ੍ਰਾਪਤੀ ਹੁੰਦੀ ਏ, ਜਿਸ ਜਲ ਦੀ ਪ੍ਰਾਪਤੀ ਕਰਨ ਵਾਸਤੇ ਬਬੀਹਾ ਪ੍ਰਯੋ ਪ੍ਰਯੋ ਕਰੇ, ਪੁਕਾਰਦਾ ਹੈ। ਉਹਦੀ ਗੁਰੂ ਦੇ ਗਿਆਨ ਦੇ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਮਿਲਿਆ ਜਲ ਪਾਈਏ, ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਇਸ ਨਾਮ ਜਲ ਦੀ, ਆਤਮਿਕ ਜੀਵਨ ਦੇਣ ਵਾਲੇ ਜਲ ਦੀ ਪ੍ਰਾਪਤੀ ਹੁੰਦੀ ਹੈ। ਸੋਰਠ ਰਾਗ ਦੇ ਅੰਦਰ ਇਸ ਬਾਰੇ ਮਹਾਰਾਜ ਨੇ ਬੜਾ ਸੁੰਦਰ ਫਰਮਾਇਆ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਇਹ ਜੀਵ, ਜਿਸ ਆਤਮਿਕ ਜਲ ਦੀ ਪ੍ਰਾਪਤੀ ਵਾਸਤੇ ਤੂੰ ਇਹ ਜੀਵਨ ਧਾਰਨ ਕੀਤਾ ਹੈ, ਇਸ ਸੰਸਾਰ ਦੇ ਵਿੱਚ ਆਇਆ ਹੈ, ਇਹ ਮਕਸਦ ਹੈ ਮਨੁੱਖ ਦਾ। ਕਾਹਦੇ ਵਾਸਤੇ ਆਇਆ ਹੈ ਇਸ ਧਰਤੀ ਦੇ ਉੱਪਰ? ਇਹ ਜੀਵਨ ਕਾਹਦੇ ਵਾਸਤੇ ਮਿਲਿਆ ਹੈ ਜੀਵ ਨੂੰ? ਮਹਾਰਾਜ ਕਹਿੰਦੇ ਨੇ, ਨਾਮ ਜਲ ਦੀ ਪ੍ਰਾਪਤੀ ਵਾਸਤੇ। ਇਸ ਵਾਸਤੇ ਇਹ ਜੀਵਨ ਮਿਲਿਆ ਹੈ। ਇਹ ਯਾਦ ਰੱਖਿਓ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ, ਉਹ ਜਲ ਜਿਹੜਾ ਹੈ ਗੁਰੂ ਦੇ ਕੋਲੋਂ ਮਿਲਣਾ ਹੈ। ਉਹ ਕਿਸੇ ਹੋਰ ਕਰਮ ਦੇ ਦੁਆਰਾ ਪ੍ਰਾਪਤ ਨਹੀਂ ਹੋਣਾ, ਉਹ ਕਿਸੇ ਹੋਰ ਵਿਧੀ ਦੇ ਨਾਲ ਨਹੀਂ ਮਿਲਣਾ। ਉਹ ਕੇਵਲ ਗੁਰੂ ਹੀ ਬਖਸ਼ਣ ਵਾਲਾ ਹੈ। ਗੁਰੂ ਦੇ ਗਿਆਨ ਦੀ ਪ੍ਰਾਪਤੀ ਦੇ ਨਾਲ ਹੀ ਉਸ ਆਤਮਿਕ ਜਲ ਦੀ ਪ੍ਰਾਪਤੀ ਹੁੰਦੀ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਪਰ ਉਹਦੇ ਵਾਸਤੇ ਕੁਛ ਕਰਨਾ ਪੈਣਾ ਹੈ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਵੇਸ, ਭੇਖ ਤੇ ਚਤੁਰਾਈਆਂ ਇਹ ਛੱਡਣੀਆਂ ਪੈਣੀਆਂ ਨੇ। ਵੇਸ ਭੇਖ ਦਾ ਮਤਲਬ ਵਿਖਾਵੇ ਦੇ ਨਾਲ ਹੈ। ਬੰਦਾ ਉਹਨਾਂ
ਅੰਦਰੋਂ ਸੰਜੀਦਾ ਨਹੀਂ ਹੁੰਦਾ ਧਰਮ ਦੇ ਪ੍ਰਤੀ ਜਿੰਨਾ ਉਹ ਬਾਹਰੋਂ ਦਿਖਾਉਣ ਦਾ ਯਤਨ ਕਰਦਾ ਹੈ। ਉਹਦਾ ਪਹਿਰਾਵਾ, ਉਹਦਾ ਭੇਖ ਜਿਹੜਾ ਹੈ, ਬਨਾਵਟ ਜਿਹੜੀ ਹੈ, ਜਿੰਨੀ ਬਨਾਵਟ ਹੈ ਉਨੀ ਅੰਦਰ ਨਹੀਂ ਗੱਲ ਹੁੰਦੀ। ਬਹੁਤਾ ਅੱਜ ਸਮਾਜ ਦੇ ਵਿੱਚ ਦਿਖਾਵਾ ਰਹਿ ਗਿਆ ਹੈ। ਅਸਲੀਅਤ ਗੱਲ ਜਿਹੜੀ ਹੈ, ਅਸਲ ਤੱਤ ਦੀ ਗੱਲ ਜਿਹੜੀ ਸਮਝਣ ਵਾਲੀ ਗੱਲ ਹੈ ਧਰਮ ਦੀ, ਉਹ ਅਸੀਂ ਸਮਝਦੇ ਕੋਈ ਨਹੀਂ। ਬਾਹਰ ਦੀਆਂ ਗੱਲਾਂ ਦੇ ਭੇਖਾਂ ਦੇ ਵਿੱਚ ਪਏ ਰਹਿੰਦੇ ਹਾਂ। ਕਿਸੇ ਨੇ ਕਿਹੜੇ ਕੱਪੜੇ ਪਾਏ ਨੇ, ਕਿਸੇ ਨੇ ਕਿੱਦਾਂ ਦੀ ਪੱਗ ਬੱਧੀ ਹੈ, ਕਿੱਦਾਂ ਦਾ ਉਹਦਾ ਭੇਖ ਹੈ, ਉਹਨੇ ਕੀ ਪਕੜਿਆ ਹੈ, ਕੀ ਨਹੀਂ ਪਕੜਿਆ, ਉਹਦਾ ਨਿਸ਼ਾਨ ਕੀ ਹੈ। ਜਿਵੇਂ ਜੋਗੀਆਂ ਦੇ ਮਹਾਰਾਜ ਨੇ ਦੇਖਿਆ ਜਦੋਂ ਵਿਚਰ ਕਰਕੇ ਕਿ ਬਹੁਤ ਲੋਕ ਜਿਹੜੇ ਨੇ ਭੇਖਾਂ ਦੇ ਪਿੱਛੇ ਪਏ ਨੇ ਤੇ ਭੇਖ ਨੂੰ ਹੀ, ਪਹਿਰਾਵੇ ਨੂੰ ਹੀ ਧਰਮ ਸਮਝਦੇ ਨੇ। ਅਸਲ ਵਿੱਚ ਧਰਮ ਜਿਹੜਾ ਹੈ ਉਹ ਅੰਦਰ ਦੀ ਰਹਿਤ ਹੈ, ਇਹ ਬਾਹਰ ਦੀਆਂ ਗੱਲਾਂ ਨੇ। ਅੰਦਰੂਨੀ ਰਹਿਤ ਹੋਵੇ ਨਾ ਤੇ ਬਾਹਰ ਦੀ ਰਹਿਤ ਜਿੰਨੀ ਮਰਜ਼ੀ ਹੋਵੇ, ਉਹਦੇ ਕੋਈ ਅਰਥ, ਕੋਈ ਮਾਇਨੇ ਨਹੀਂ ਹੁੰਦੇ। ਜਿਸ ਤਰ੍ਹਾਂ ਦੇ ਨਾਲ ਇਉਂ ਕਹਿ ਲਓ ਕਿ ਬਾਹਰ ਨਿਸ਼ਾਨ ਸਾਹਿਬ ਲੱਗਾ ਹੋਵੇ, ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਵੇ ਤੇ ਉਹਦੇ ਕੀ ਮਾਇਨੇ ਨੇ। ਨਿਸ਼ਾਨ ਜਿਹੜਾ ਹੈ ਅੰਦਰ ਗੁਰੂ ਦੇ ਪ੍ਰਤੀਕ ਦਾ ਨਿਸ਼ਾਨ ਹੈ, ਗੁਰੂ ਦੇ ਹੋਂਦ ਦਾ ਨਿਸ਼ਾਨ ਹੈ ਕਿ ਇਹ ਉਹ ਅਸਥਾਨ ਹੈ, ਇਹ ਉਹ ਜਗ੍ਹਾ ਹੈ ਜਿੱਥੇ ਸੰਸਾਰ ਦਾ ਭਲਾ ਲੋਚਣ ਵਾਲੇ, ਭਲਾ ਕਰਨ ਵਾਲੇ, ਹਰ ਜੀਵ ਦਾ ਉਧਾਰ ਕਰਨ ਵਾਲੇ, ਕਲਿਆਣ ਕਰਨ ਵਾਲੇ ਗੁਰੂ ਦਾ ਪ੍ਰਕਾਸ਼ ਹੈ। ਜਿੱਥੇ ਕੋਈ ਭਿੰਨ ਭੇਦ ਨਹੀਂ, ਜਿੱਥੇ ਕੋਈ ਵਿਤਕਰਾ ਨਹੀਂ, ਜਿੱਥੇ ਸਾਰੇ ਹੀ ਮਨੁੱਖ ਬਿਨਾਂ ਕਿਸੇ ਭਿੰਨ ਭੇਦ, ਜਾਤ ਪਾਤ, ਵਿਤਕਰੇ ਦੇ ਜਾ ਕੇ ਬੈਠ ਸਕਦੇ ਨੇ, ਆਤਮਿਕ ਲਾਹਾ ਪ੍ਰਾਪਤ ਕਰ ਸਕਦੇ ਨੇ। ਨਿਸ਼ਾਨੀ ਹੈ, ਆਤਮਿਕ ਜੀਵਨ ਦੀ ਸੋਝੀ ਪ੍ਰਾਪਤ ਕਰ ਸਕਦੇ ਨੇ। ਪ੍ਰਭੂ ਦੀ ਯਾਦ ਦੇ ਵਿੱਚ ਬਿਨਾਂ ਕਿਸੇ ਵਿਤਕਰੇ ਦੇ, ਜਾਤ ਪਾਤ ਦੇ, ਸੱਜੇ ਖੱਬੇ ਦੇ, ਉੱਤਰ ਪੂਰਬ ਦੱਖਣ ਦੇ, ਕਿਤੇ ਵੀ ਕੋਈ ਵੀ ਮਨੁੱਖ ਜਾ ਕੇ ਬੈਠ ਸਕਦਾ ਹੈ। ਲੰਗਰ ਉਹਦੇ ਲਈ ਸਾਂਝਾ ਹੈ, ਪੰਗਤ ਇੱਕੋ ਹੀ ਹੈ ਉਹਦੇ ਵਾਸਤੇ, ਕੋਈ ਵੱਖਰੀ ਨਹੀਂ ਹੈ, ਕੋਈ ਵਿਸ਼ੇਸ਼ ਟਰੀਟ ਨਹੀਂ ਹੈ ਕਿਸੇ ਵਿਸ਼ੇਸ਼ ਵਿਅਕਤੀ ਦੇ ਵਾਸਤੇ। ਸਾਰਿਆਂ ਦੇ ਵਾਸਤੇ ਇਕੁਐਲਿਟੀ ਵਾਲਾ ਮੈਸੇਜ ਹੈ। ਸਾਰੇ ਮਨੁੱਖ ਸਭੇ ਸਾਂਝੀਵਾਲ ਸਦਾਇਨ, ਸਾਂਝੀਵਾਲਤਾ ਦਾ ਉਪਦੇਸ਼ ਹੈ। ਸਾਰਿਆਂ ਨੂੰ ਇੱਕੋ ਹੀ ਕਤਾਰ ਦੇ ਵਿੱਚ ਲੰਗਰ ਛਕਾਇਆ ਜਾਂਦਾ ਹੈ ਤੇ ਇੱਕੋ ਹੀ ਅੰਦਰ ਦਰੀ ਹੈ, ਇੱਕੋ ਹੀ ਅੰਦਰ ਵਿਛਾਈ ਹੈ ਜਿਹਦੇ ਉੱਪਰ ਸਾਰੇ ਬੈਠਦੇ ਨੇ। ਕਿਸੇ ਵਾਸਤੇ ਕੋਈ ਵੱਖਰੀ ਵਿਛਾਈ ਨਹੀਂ, ਕੋਈ ਵੱਖਰਾ ਪਲੰਘ ਨਹੀਂ, ਕੋਈ ਗੁਰੂ ਤਖਤ ਦੇ ਉੱਪਰ ਬਿਰਾਜਮਾਨ ਹੁੰਦਾ ਹੈ, ਬਾਕੀ ਸਾਰੇ ਜਿਹੜੇ ਨੇ ਉਹਦੇ ਸੰਗਤ ਦੇ ਵਿੱਚ ਇੱਕ ਸਮਾਨ ਬੈਠਦੇ ਨੇ। ਇੱਕ ਸਮਾਨਤਾ ਦਾ, ਇਕੁਐਲਿਟੀ ਦਾ ਮੈਸੇਜ ਹੈ, ਮਨੁੱਖੀ ਏਕਤਾ ਦਾ ਸੰਦੇਸ਼ ਹੈ। ਸਾਰੇ ਹੀ ਮਨੁੱਖ ਇੱਕ ਪਰਮ ਪਿਤਾ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇਹ ਮੈਸੇਜ ਹੈ, ਸੰਦੇਸ਼ ਹੈ। ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹੈ। ਇਹ ਜਿੰਨੀਆਂ ਗੱਲਾਂ ਜੁੜੀਆਂ ਹੋਈਆਂ ਨੇ, ਹੁਣ ਤੇ ਬਹੁਤੇ ਟੀਕਾ ਟਿੱਪਣੀਆਂ ਗੁਰੂ ਘਰਾਂ ਦੇ ਇਹ ਜਿਹੜੇ ਨਿਸ਼ਾਨ ਨੇ, ਗੁਰਦੁਆਰੇ ਨੇ, ਅਸਥਾਨ ਨੇ, ਇਹਨਾਂ ਦੇ ਉੱਪਰ ਬੜੀਆਂ ਟਿੱਪਣੀਆਂ ਕਰਨ ਲੱਗ ਪਏ ਅੱਜ ਕੱਲ੍ਹ ਦੇ ਪ੍ਰਚਾਰਕ, ਵਿਚਾਰਕ। ਖੈਰ, ਆਪਣੀ ਆਪਣੀ ਸੋਚ ਹੈ, ਪਰ ਇਹਨਾਂ ਦੇ ਬੜੇ ਗਹਿਰੇ ਭਾਵ ਨੇ। ਨਿਸ਼ਾਨ ਜਿਹੜਾ ਹੈ ਇਹ ਨਿਸ਼ਾਨੀ ਹੈ। ਕਿਹਦੀ ਨਿਸ਼ਾਨੀ ਹੈ? ਅੰਦਰ ਦੁਨੀਆ ਦੇ ਸਰਬ ਸਾਂਝੇ ਗੁਰੂ ਦੇ ਪ੍ਰਕਾਸ਼ ਦੀ ਨਿਸ਼ਾਨੀ ਹੈ। ਇਹ ਮੈਂ ਸੁਣਿਆ ਸੀ ਕਿ ਇਹ ਉਹ ਨਿਸ਼ਾਨੀ ਹੈ, ਇਹਦਾ ਫਲਹਿਰਾ ਆਵਾਜ਼ਾਂ ਮਾਰਦਾ ਹੈ ਹਰ ਭੁੱਖੇ ਨੂੰ, ਹਰ ਲੋੜਵੰਦ ਨੂੰ, ਆਹ ਦਰ, ਆਹ ਘਰ ਜਿਹੜਾ ਹੈ ਤੂੰ ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਕੋਈ ਇਹ ਮਨ ਦੇ ਵਿੱਚ ਖਿਆਲ ਕੀਤੇ ਕਿ ਇੱਥੇ ਤੈਨੂੰ ਆਉਣ ਨਹੀਂ ਦਿੱਤਾ ਜਾਵੇਗਾ, ਤੇਰੀ ਜਾਤ ਪੁੱਛੀ ਜਾਵੇਗੀ, ਤੇਰੇ ਰੰਗ ਨਸਲ ਪੁੱਛਿਆ ਜਾਵੇਗਾ, ਤੇਰਾ ਮਜ਼ਹਬ ਪੁੱਛਿਆ ਜਾਵੇਗਾ। ਇਹ ਨਿਸ਼ਾਨ ਸਾਹਿਬ ਨਿਸ਼ਾਨੀ ਹੈ ਕਿ ਤੈਨੂੰ ਐਸਾ ਕੁਝ ਵੀ ਨਹੀਂ ਪੁੱਛਿਆ ਜਾਵੇਗਾ ਜਦੋਂ ਤੂੰ ਇਸ ਸਰਦਲ ਦੇ ਉੱਪਰ ਆਵੇਂਗਾ, ਇਸ ਦਰ ਦੇ ਉੱਪਰ ਆਵੇਂਗਾ।
ਕੇਵਲ ਦੇਖਿਆ ਜਾਵੇਗਾ ਕਿ ਤੂੰ ਲੋੜਵੰਦ ਹੈ, ਤੈਨੂੰ ਲੋੜ ਹੈ, ਜ਼ਰੂਰਤ ਹੈ। ਇਹ ਉਹ ਦਰ ਹੈ। ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਵਿਆਖਿਆ ਕੀਤੀ ਹੈ। ਕਬੀਰ ਜਿਹ ਦਰ ਜਾਤਿਓ ਹਟਕੇ ਨਾ ਹੀ ਕੋਏ, ਜਿੱਥੇ ਕੋਈ ਰੋਕ ਟੋਕ ਨਾ ਹੋਵੇ। ਇਹ ਖਿਆਲ ਹੈ ਸੰਸਾਰ ਦੇ ਵਿੱਚ, ਵਿਸ਼ਵ ਦੇ ਵਿੱਚ, ਅੱਜ ਵਿਸ਼ਵ ਜਿਹੜਾ ਹੈ ਇਸ ਕਿਨਾਰੇ ਦੇ ਉੱਪਰ ਖੜਾ ਹੈ, ਵਿਨਾਸ਼ ਦੇ ਕਿਨਾਰੇ ਦੇ ਉੱਪਰ ਖੜਾ ਹੈ ਵਿਸ਼ਵ। ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਜਿਵੇਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੰਗ ਛਿੜੀ ਹੋਈ ਹੈ, ਬਹੁਤ ਸਾਰੇ ਦੇਸ਼, ਅਸੀਂ ਆਪਣੇ ਦੇਸ਼ ਵੱਲ ਵੇਖੀਏ ਜਾਂ ਹੋਰ ਵੀ ਦੇਸ਼ਾਂ ਵੱਲ ਦੇਖਾਂਗੇ ਤੇ ਆਪਸੀ ਜਿਹੜੇ ਮਤਭੇਦ ਨੇ, ਜਿਨ੍ਹਾਂ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਪਿਸ ਰਹੇ ਨੇ ਚੱਕੀ ਦੇ ਵਿੱਚ, ਅਸ਼ਾਂਤੀ ਹੈ ਚਾਰੇ ਪਾਸੇ। ਵਾਤਾਵਰਣ ਜਿਹੜਾ ਹੈ ਬੜਾ ਭਿਆਨਕ ਮੰਜ਼ਰ ਜਿਹੜਾ ਹੈ, ਦ੍ਰਿਸ਼ ਬਣਿਆ ਹੋਇਆ ਹੈ। ਮਨੁੱਖ ਬਾਹਰੋਂ ਪੜ੍ਹ ਲਿਖ ਗਿਆ ਹੈ। ਪੜ੍ਹਾਈ ਲਿਖਾਈ ਦਾ ਮਤਲਬ ਇਹ ਨਹੀਂ ਹੈ, ਪੜ੍ਹੇ ਲਿਖੇ ਹੋਣ ਦਾ ਤੇ ਮਤਲਬ, ਐਜੂਕੇਟ ਹੋਣ ਦਾ ਮਤਲਬ ਤੇ ਇਹ ਸੀ ਕਿ ਆਪਣੇ ਆਲੇ ਦੁਆਲੇ ਨੂੰ ਸਵਾਰਨਾ। ਇਹ ਧਰਤੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਇਹ ਧਰਮਸ਼ਾਲ ਪ੍ਰਮਾਤਮਾ ਨੇ ਦਿੱਤੀ ਧਰਮ ਕਮਾਉਣ ਵਾਸਤੇ। ਇਹ ਬੰਦਿਆ ਤੂੰ ਕਿਹੜੇ ਰਾਹ ਤੇ ਤੁਰ ਪਿਆ, ਕਿਹੜੀ ਈਗੋ ਲੈ ਕਰਕੇ ਤੂੰ। ਹਰ ਬੰਦਾ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਬਹੁਤਾ ਸਿਆਣਾ ਹਾਂ, ਮੈਂ ਬਹੁਤਾ ਅਕਲਮੰਦ ਹਾਂ, ਮੇਰੇ ਵਰਗਾ ਦੂਜਾ ਕੋਈ ਨਹੀਂ, ਦੂਸਰੇ ਨੂੰ ਜਿਹੜਾ ਹੈ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਤੋਂ ਕਮਜ਼ੋਰ ਦੇ ਉੱਪਰ ਉਹ ਜਿਹੜਾ ਹੈ ਉਹ ਭਾਰੀ ਪੈਂਦਾ ਹੈ। ਕਾਹਦੇ ਵਾਸਤੇ? ਦਿਖਾਉਣ ਵਾਸਤੇ। ਮੈਂ ਪਾਵਰਫੁਲ ਹਾਂ, ਆਪਣੀ ਪਾਵਰ ਦਿਖਾਉਣ ਵਾਸਤੇ। ਬਸ ਆਹ ਜਿਹੜੀ ਈਗੋ ਹੈ, ਇਸ ਨੇ, ਹਉਮੈ ਨੇ, ਅਹੰਕਾਰ ਨੇ ਸੰਸਾਰ ਨੂੰ ਜਿਹੜਾ ਹੈ ਉਹ ਵਿਨਾਸ਼ ਦੇ ਕਗਾਰ ਦੇ ਉੱਪਰ ਲਿਆ ਕੇ ਖੜਾ ਕਰ ਦਿੱਤਾ ਹੈ। ਜੇ ਇਹ ਈਗੋ, ਇਹ ਅਹੰਕਾਰ ਜਿਹੜਾ ਹੈ ਮੁੱਕ ਜਾਵੇ, ਖਤਮ ਹੋ ਜਾਵੇ, ਤੇ ਸੰਸਾਰ ਜਿਹੜਾ ਹੈ, ਹਰ ਇੱਕ ਬੰਦਾ ਜਿਹੜਾ ਹੈ ਉਹ ਆਪਣਾ ਭਲਾ, ਦੂਸਰਿਆਂ ਦਾ ਭਲਾ, ਆਪਣੇ ਗੁਆਂਢੀਆਂ ਦਾ ਭਲਾ, ਜਿਵੇਂ ਅਰਦਾਸ ਕਰਦੇ ਹਾਂ। ਕੱਲ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਸਥਾਨ ਗੁਰੂ ਘਰ ਦਾ ਜੋ ਮਨਸ਼ਾ ਹੈ, ਗੁਰੂ ਘਰ ਦੀ ਜੋ ਭਾਵਨਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਆਸ਼ੇ ਨੂੰ ਮੁੱਖ ਰੱਖ ਕਰਕੇ ਜਿੱਥੇ ਨਿਰੰਤਰ ਭਾਵੇਂ ਕੋਈ ਵੀ ਵਿਪਤਾ ਆਪਦਾ ਕਿਸੇ ਵੀ ਤਰ੍ਹਾਂ ਦੀ ਦੇਸ਼ ਦੇ ਅੰਦਰ ਹੀ ਨਹੀਂ, ਦੇਸ਼ ਤੋਂ ਬਾਹਰ ਜਾ ਕਰਕੇ ਵੀ ਕੋਈ ਆਉਂਦੀ ਹੈ, ਕਿਉਂਕਿ ਸਿੱਖ ਜਿਹੜਾ ਹੈ ਉਹ ਸਰਬੱਤ ਦਾ ਭਲਾ ਲੋਚਦਾ ਹੈ। ਇਹ ਸਾਡੇ ਉੱਤੇ ਪਰਿਵਾਰ ਦੇ ਉੱਪਰ ਆਈ, ਸਾਡੇ ਦੇਸ਼ ਪਰਿਵਾਰ ਦੇ ਉੱਪਰ ਆਈ, ਕੋਈ ਵਿਪਤਾ ਆਈ, ਦੁੱਖ ਆਇਆ, ਸੰਕਟ ਆਇਆ, ਬਿਮਾਰੀ ਆਈ, ਸੰਸਾਰ ਦੇ ਉੱਪਰ ਆਈ, ਇੱਥੇ ਪਰਿਵਾਰ ਤੋਂ ਲੈ ਕੇ ਸੰਸਾਰ ਤੱਕ ਸਾਰਿਆਂ ਦੀ ਅਰਦਾਸ ਜਿਹੜੀ ਹੈ ਗੁਰੂ ਦੇ ਘਰ ਦੇ ਵਿੱਚ, ਸਿੱਖ ਦੀ ਜ਼ੁਬਾਨ ਦੇ ਉੱਪਰ, ਹਰ ਸਿੱਖ ਦੀ ਜ਼ੁਬਾਨ ਦੇ ਉੱਪਰ, ਮੈਂ ਆਪਣੇ ਗੁਰੂ ਤੋਂ ਸਦਕੇ ਜਾਵਾਂ, ਬਲਹਾਰ ਜਾਵਾਂ, ਹੇ ਸਤਿਗੁਰੂ ਤੂੰ ਕਿਹੋ ਜਿਹਾ ਹੈ ਜਿਨਨੇ ਹਰ ਇੱਕ ਸਿੱਖ ਦੀ ਜ਼ੁਬਾਨ ਦੇ ਉੱਪਰ ਸਰਬੱਤ ਦੇ ਭਲੇ ਦੀ ਲੋਚਾ ਦਾ ਖਿਆਲ ਤੇ ਇਹ ਅਰਦਾਸ ਜਿਹੜੀ ਹੈ ਇਹ ਜੋੜ ਦਿੱਤੀ ਕਿ ਜਦੋਂ ਵੀ ਕੋਈ ਮੇਰਾ ਸਿੱਖ ਅਰਦਾਸ ਕਰੇਗਾ ਤਾਂ ਉਹ ਆਪਣਾ ਹੀ ਨਹੀਂ, ਸਾਰੇ ਸੰਸਾਰ ਦਾ ਭਲਾ ਮੰਗੇਗਾ, ਸਾਰੀ ਦੁਨੀਆ ਦਾ ਭਲਾ ਮੰਗੇਗਾ। ਖਾਲੀ ਭਲਾ ਮੰਗੇਗਾ ਹੀ ਨਹੀਂ, ਭਲਾ ਕਰੇਗਾ ਵੀ। ਇਹ ਸਿੱਖਿਆ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਭਲਾ ਮੰਗਣ ਵਾਲੀ ਤੇ ਭਲਾ ਕਰਨ ਵਾਲੀ ਹੈ। ਮਤ ਸੋਚਣਾ ਵੀ ਅਸੀਂ ਕੇਵਲ ਭਲਾ ਮੰਗਦੇ ਹੀ ਹਾਂ, ਭਲਾ ਕਰਦੇ ਵੀ ਹਾਂ। ਗਿਆਨੀ ਜੀ ਰੋਜ਼ ਬੈਠ ਕਰਕੇ ਸੁਬਹ ਸ਼ਾਮ ਸੰਸਾਰ ਦੇ ਭਲੇ ਵਾਸਤੇ ਅਰਦਾਸ ਵੀ ਕਰਦੇ ਨੇ, ਔਰ ਨਾਲ ਦੀ ਨਾਲ ਉਹਨਾਂ ਦੇ ਵਿੱਤੀ ਮਦਦ ਵਾਸਤੇ, ਭੋਜਨ ਵਾਸਤੇ, ਲੰਗਰ ਵਾਸਤੇ, ਹਸਪਤਾਲਾਂ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ। ਹਰੇਕ ਦੀ ਕਿਰਤ ਕਮਾਈ ਦੇ ਵਿੱਚੋਂ ਕੋਈ ਦਸਵੰਧ, ਕੋਈ ਪੈਸਾ ਜਿਹੜਾ ਹੈ ਉਹ ਦੁਨੀਆ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ ਪ੍ਰੈਕਟੀਕਲੀ, ਇਹ ਪ੍ਰੈਕਟੀਕਲੀ ਹੈ। ਇੱਕ ਤੇ ਹੈ ਨਾ ਵਿਚਾਰ ਹੈ, ਅਰਦਾਸ ਹੈ, ਬੇਨਤੀ ਹੈ ਮਾਲਕ ਦੇ ਅੱਗੇ, ਜੋ ਅਸੀਂ ਸਾਰੇ ਕਰੀਏ ਕਿ ਹੇ ਵਾਹਿਗੁਰੂ ਕਿਰਪਾ ਕਰ, ਇਹ ਜਿਹੜੀ ਅੱਗ ਲੱਗੀ ਹੋਈ ਹੈ ਸੰਸਾਰ ਦੇ ਵਿੱਚ ਇਹ ਬੁਝ ਜਾਵੇ।
ਹਉਮੈ ਦੀ, ਈਰਖਾ ਦੀ, ਦਵੈਸ਼ ਦੀ, ਨਿੰਦਾ ਦੀ, ਚੁਗਲੀ ਦੀ, ਆਪਸੀ ਕੀਨਾ, ਦੇਸ਼ਾਂ ਦੇਸ਼ਾਂਤਰਾਂ, ਪਰਿਵਾਰਾਂ, ਜੀਆਂ ਸਭਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਇਹ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਹੇ ਵਾਹਿਗੁਰੂ, ਇਸ ਸੜਦੇ ਬਲਦੇ ਜਗਤ ਨੂੰ ਆਪਣੀ ਕਿਰਪਾ ਦੇ ਨਾਲ ਰੱਖ ਲੈ, ਆਪਣੀ ਦਇਆ ਦੇ ਨਾਲ ਰੱਖ ਲੈ, ਆਪਣੀ ਕਿਰਪਾ ਕਰ ਇਸ ਸੰਸਾਰ ਦੇ ਉੱਪਰ। ਇਹ ਜੀਵਾਂ ਦੀ, ਇਹ ਦੇਸ਼ਾਂ ਦੀਆਂ ਲੜਾਈਆਂ ਝਗੜੇ ਜਿਹੜੇ ਨੇ ਮੁੱਕ ਜਾਣ, ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਹੋਵੇ, ਪੀਸਫੁੱਲ ਸਭ ਥਾਵਾਂ ਦੇ ਉੱਪਰ ਹਰ ਮਨੁੱਖ ਜਿਹੜਾ ਹੈ ਸ਼ਾਂਤੀ ਦੇ ਨਾਲ, ਸਕੂਨ ਦੇ ਨਾਲ, ਆਪਣੇ ਧਰਮ ਦੀ ਆਜ਼ਾਦੀ ਦੇ ਨਾਲ ਗਮ ਤੋਂ ਰਹਿਤ ਜ਼ਿੰਦਗੀ ਜੀਵੇ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਖ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਐਸਾ ਵਾਤਾਵਰਨ ਜਿਹੜਾ ਹੈ, ਸਭ ਸੁਖਾਲੀ ਬੁੱਠੀਆ, ਸਭ ਹੋਆ ਹਲੇਮੀ ਰਾਜ ਜੀਓ। ਸੁਖਾਲੀ ਬੁੱਠੀਆ, ਸਾਰੇ ਸੁਖੀ ਵਸਣ, ਸੁਖੀ ਰਹਿਣ। ਤੋ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਇਹ ਪ੍ਰੈਕਟੀਕਲੀ ਗੱਲਾਂ ਨੇ। ਅਸੀਂ ਕੀ ਕਰ ਰਹੇ ਹਾਂ, ਸਾਡਾ ਪ੍ਰੈਕਟੀਕਲੀ ਜੀਵਨ ਕਿਹੋ ਜਿਹਾ ਹੈ, ਧਾਰਮਿਕ ਤੌਰ ਦੇ ਉੱਪਰ ਅਸੀਂ ਕਿਸ ਤਰ੍ਹਾਂ ਦੇ ਹਾਂ, ਕਿਹੋ ਰੰਗ ਦੇ ਕੱਪੜੇ ਪਾਏ ਨੇ, ਕਿੱਦਾਂ ਦਾ ਸਾਡਾ ਵੇਸ਼ ਭੂਸ਼ਾ ਹੈ, ਦਿਖਾਵਾ ਹੈ। ਇਹ ਮਾਇਨੇ ਕੋਈ ਨਹੀਂ ਰੱਖਦੀ ਗੱਲ। ਮਾਇਨੇ ਰੱਖਦੀ ਹੈ ਉਹ ਕਿੰਨਾ ਕੁ ਪ੍ਰੈਕਟੀਕਲ ਹੈ, ਆਚਰਣਿਕ ਤੌਰ ਦੇ ਉੱਪਰ ਉਹ ਕਿੰਨਾ ਪਾਵਰਫੁਲ ਹੈ ਬੰਦਾ, ਉਹਦੇ ਅੰਦਰ ਕਿਸ ਤਰ੍ਹਾਂ ਦੀ ਜੀਵਨ ਜਿਉਣ ਦੀ ਤੇ ਦੂਸਰਿਆਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਅਪਰੋਚ ਹੈ। ਉਹ ਭਲਾ ਲੋਚਦਾ ਹੈ, ਭਲਾ ਕਰਦਾ ਹੈ, ਉਪਕਾਰ ਕਰਦਾ ਹੈ, ਜਾਂ ਸਿਰਫ ਆਪਣੇ ਸਵਾਰਥ ਵਾਸਤੇ ਹੀ ਆਪਣੀ ਜ਼ਿੰਦਗੀ ਜਿਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰੂ ਦਾ ਉਪਦੇਸ਼ ਜਿਹੜਾ ਹੈ, ਸਾਨੂੰ ਇਸ ਪਾਸੇ ਪ੍ਰੇਰਿਤ ਕਰਦਾ ਹੈ। ਕੱਪੜੇ ਪਾਏ ਹੋਣ ਧਰਮੀਆਂ ਵਾਲੇ, ਅੰਦਰ ਖੋਣ ਦੀ ਮਨਸ਼ਾ ਹੋਵੇ, ਤੇ ਜੇ ਕਿਸੇ ਨੇ ਸੋਹਣੇ ਕੱਪੜੇ, ਧਰਮ ਦੇ ਕੱਪੜੇ ਪਾਏ ਹੋਣ ਤੇ ਉਹਦੇ ਅੰਦਰ ਵੰਡਣ ਦੀ ਭਾਵਨਾ ਹੋਵੇ, ਤੇ ਫਿਰ ਤੇ ਕਿਹਾ ਜਾ ਸਕਦਾ ਹੈ ਵੀ ਲਈ ਇਹ ਜਿਹੜੇ ਬੰਦੇ ਨੇ ਨਾ, ਇਹਨਾਂ ਦਾ ਆਵੇਸ਼ ਭੂਸ਼ਾ ਹੈ, ਇਹ ਵੰਡਣ ਵਾਲਿਆਂ ਦੀ ਹੈ, ਇਹ ਉਪਕਾਰ ਕਰਨ ਵਾਲਿਆਂ ਦੀ ਵਰਦੀ ਹੈ। ਆ ਜਿਹੜੀ ਵਰਦੀ ਪਾਈ ਹੈ, ਇਹ ਜਿਹੜੀ ਐਡਰੈਸ ਪਾਈ ਹੈ, ਇਹ ਲੰਗਰ ਲਾਉਣ ਵਾਲਿਆਂ ਦੀ ਹੈ, ਇਹ ਆਕਸੀਜਨਾਂ ਦੇ ਲੰਗਰ ਲਾਉਣ ਵਾਲਿਆਂ ਦੀ ਹੈ, ਇਹ ਮਲਮ ਪੱਟੀਆਂ ਕਰਨ ਵਾਲਿਆਂ ਦੀ ਹੈ, ਇਹ ਪਿਆਸਿਆਂ ਨੂੰ ਪਾਣੀ ਪਿਲਾਉਣ ਵਾਲਿਆਂ ਦੀ ਵਰਦੀ ਹੈ। ਫਿਰ ਤੇ ਉਸ ਵਰਦੀ ਨੂੰ ਜਿਹੜਾ ਹੈ ਉਹ ਚਾਰ ਚੰਨ ਲੱਗਦੇ ਨੇ। ਪਰ ਵਰਦੀ ਖਾਲੀ ਪਾਈ ਹੋਵੇ, ਨਾ ਅੰਦਰ ਕੋਈ ਭਾਵਨਾ ਹੋਵੇ ਕਿਸੇ ਤਰ੍ਹਾਂ ਦੇ ਪਰ ਉਪਕਾਰ ਦੀ, ਪੁਰਸ਼ਾਰਥ ਦੀ, ਬਲਕਿ ਖੋਣ ਦੀ ਭਾਵਨਾ ਹੋਵੇ। ਦੇਖਦੇ ਹਾਂ ਅਸੀਂ ਕਿੰਨੇ ਐਸੇ ਦੁਕਾਨਦਾਰ ਨੇ, ਅਸੀਂ ਦੁਕਾਨਦਾਰ ਹੀ ਕਵਾਂਗੇ, ਜਿਨ੍ਹਾਂ ਲੋਕਾਂ ਦਾ ਕੰਮ ਜਿਹੜਾ ਹੈ ਲੋਕਾਂ ਦੇ ਕੋਲੋਂ ਠੱਗਣਾ, ਇਕੱਠਾ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਆਖਨ ਭੀਤਰ ਤੇਲ ਕੋ ਡਾਰ ਕੇ ਲੋਗਨ ਨੀਰ ਬਹਾਏ ਦਿਖਾਵੇ। ਲੋਕਾਂ ਨੂੰ ਰੋ ਰੋ ਕੇ ਦੱਸਦੇ ਨੇ ਬੜੇ ਅਸੀਂ ਧਰਮੀ ਹਾਂ। ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਜ਼ਬਾਤੀ ਕਰਕੇ ਉਹਨਾਂ ਨੂੰ ਲੁੱਟਿਆ ਜਾ ਸਕਦਾ ਹੈ, ਉਹਨਾਂ ਦਾ ਧਨ ਦੌਲਤ ਜਿਹੜੀ ਹੈ ਉਹ ਕਲੈਕਟ ਕੀਤੀ ਜਾ ਸਕਦੀ ਹੈ। ਬਹੁਤੇ ਇਸ ਤਰ੍ਹਾਂ ਦੇ ਵਿਖਾਵੇ ਵਾਲੇ ਧਰਮੀ ਨਜ਼ਰ ਆਉਣਗੇ, ਜਿਨ੍ਹਾਂ ਦਾ ਆਪਣਾ ਆਚਰਣ ਜਿਹੜਾ ਹੈ ਕੋਈ ਨਹੀਂ ਹੈ। ਬੜੇ ਬੜੇ ਡੇਰੇ ਬਣਾ ਲਏ, ਬੜੀਆਂ ਬੜੀਆਂ ਬਿਲਡਿੰਗਾਂ ਖੜੀਆਂ ਕਰ ਲਈਆਂ, ਬੜਾ ਕੁਛ ਖੜਾ ਕਰ ਲਿਆ, ਪਰ ਦੇਖਿਆ ਜਾਵੇ ਵੀ ਉੱਥੇ ਹੈ ਕੀ ਹੈ, ਲੋਕਾਂ ਦੇ ਭਲੇ ਦੇ ਲਈ ਕੀ ਹੈ, ਸੰਸਾਰ ਵਾਸਤੇ ਉਹਨਾਂ ਦੀ ਕੀ ਦੇਣ ਹੈ। ਬਹੁਤ ਘੱਟ ਨਜ਼ਰ ਆਉਣਗੇ ਐਸੇ ਸਾਧੂ ਪਰ ਉਪਕਾਰੀ ਸੰਤ ਮਹਾਂਪੁਰਖ ਗੁਣੀ ਗਿਆਨੀ, ਜਿਨ੍ਹਾਂ ਦੀ ਕੋਈ ਸਮਾਜ ਨੂੰ ਦੇਣ ਹੋਵੇ। ਬਸ ਇੱਕ ਆਪਣਾ, ਜਿੱਦਾਂ ਮਾਲਕ ਫੈਕਟਰੀਆਂ ਦੇ ਐਮਪਾਇਰ ਹੁੰਦੇ ਨੇ ਨਾ, ਉਹ ਖੜੇ ਕੀਤੇ ਨੇ ਆਪਣਾ ਉਹਨਾਂ ਨੇ, ਇਸ ਤਰ੍ਹਾਂ ਦੇ ਜ਼ਰੂਰ ਨਜ਼ਰ ਆਉਣਗੇ, ਪਰ ਪ੍ਰੈਕਟੀਕਲੀ ਜਿਹੜਾ ਹੈ ਉਹ ਬਹੁਤ ਘੱਟ ਨਜ਼ਰ ਆਵੇਗਾ। ਮਹਾਰਾਜ ਕਹਿੰਦੇ ਨੇ, ਜੇ ਤੂੰ ਇਸ ਜੀਵਨ ਤੱਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਇਸ ਜਲ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਫਿਰ ਛੋਡੋ ਵੇਸ ਭੇਖ ਚਤੁਰਾਈ। ਵਿਖਾਵੇ ਦਾ ਭੇਖ,
ਵਿਖਾਵੇ ਦੀ ਜਿਹੜੀ ਜ਼ਿੰਦਗੀ ਹੈ ਇਹਨੂੰ ਤਿਆਗਣਾ ਪਵੇਗਾ। ਵੇਸ ਭੇਖ ਦਾ ਮਤਲਬ ਹੈ ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖਵੈ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ। ਕਿਉਂ ਠੱਗਦਾ ਫਿਰਦਾ ਲੋਕਾਂ ਨੂੰ, ਕਾਹਦੇ ਵਾਸਤੇ? ਕਿਉਂ ਵੇਸ ਭੇਖ ਬਣਾ ਬਣਾ ਕੇ ਲੋਕਾਂ ਨੂੰ ਦਿਖਾਉਂਦਾ ਹੈ? ਡਿੰਬ ਕਹਿੰਦੇ ਨੇ ਦਿਖਾਵੇ ਨੂੰ। ਕਾਹੇ ਕੋ ਡਿੰਬ ਕਰੇ ਮਨ ਮੂਰਖ, ਇਹ ਵਿਖਾਵੇ ਦੀ ਜ਼ਿੰਦਗੀ ਛੱਡ। ਜੇ ਨਾਮ ਜਲ ਪ੍ਰਾਪਤ ਕਰਨਾ ਹੈ, ਜਿਸ ਜਲ ਵਾਸਤੇ, ਜਿਸ ਦੀ ਪ੍ਰਾਪਤੀ ਵਾਸਤੇ ਤੂੰ ਇਸ ਸੰਸਾਰ ਤੇ ਆਇਆ ਹੈ, ਤਾਂ ਫਿਰ ਛੋਡੋ ਵੇਸ ਭੇਖ ਚਤੁਰਾਈ, ਚਲਾਕੀਆਂ ਛੱਡਣੀਆਂ ਪੈਣੀਆਂ ਨੇ। ਵੇਸ ਭੇਖ ਛੱਡਣਾ ਪੈਣਾ ਹੈ। ਦੁਬਦਾ ਇਹ ਫਲ ਨਾਈ ਜੀਓ, ਦੁਬਦਾ ਦੇ ਵਿੱਚ ਇਹ ਫਲ ਨਹੀਂ ਮਿਲਦਾ। ਫਲ ਕਿਵੇਂ ਮਿਲਦਾ ਹੈ? ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਨਾਮ ਰੂਪੀ ਅੰਮ੍ਰਿਤ ਆਤਮਿਕ ਅਡੋਲਤਾ ਦੇਣ ਵਾਲਾ ਹਿਰਦੇ ਘਰ ਦੇ ਵਿੱਚ ਹੀ ਗੁਰੂ ਨੇ ਰੱਖਿਆ ਹੈ। ਉਸ ਹਿਰਦੇ ਘਰ ਦੇ ਵਿੱਚ ਉਸ ਜਲ ਦੇ ਵੱਲ ਦੇਖ, ਉਹ ਕੇਵਲ ਗੁਰੂ ਹੀ ਸੋਝੀ ਪਾਉਂਦਾ ਹੈ। ਬਾਹਰ ਭਟਕਣਾ ਦੇ ਵਿੱਚੋਂ ਕੁਛ ਨਹੀਂ ਮਿਲਣਾ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਜੇ ਬਾਹਰ ਲੱਭਣ ਚੱਲ ਪਿਆ ਤੇ ਦੁੱਖ ਹੀ ਮਿਲਣਗੇ। ਮਨ ਨੂੰ ਟਿਕਾ, ਮਨ ਨੂੰ ਸਥਿਰ ਕਰ। ਸਤਿਗੁਰੂ ਸਾਨੂੰ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲਿਆ ਜਲ ਪਾਈਏ, ਚੁੱਕੇ ਭੂਖ ਪਿਆਸ। ਸਤਿਗੁਰੂ ਨੂੰ ਮਿਲ ਕੇ ਇਹ ਆਤਮਿਕ ਤਸੱਲੀ ਦੇਣ ਵਾਲੇ ਨਾਮ ਜਲ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਇਹ ਜਲ ਦੀ ਪ੍ਰਾਪਤੀ ਹੋ ਜਾਵੇ, ਆਤਮਿਕ ਉਪਦੇਸ਼ ਸੰਸਾਰ ਦੇ ਭਲੇ ਦਾ, ਆਪਣੇ ਭਲੇ ਦਾ ਜਦੋਂ ਗੁਰੂ ਦੇ ਕੋਲੋਂ ਮਿਲ ਜਾਵੇ ਵੀ ਏਦਾਂ ਤੇਰਾ ਤੇ ਦੂਜਿਆਂ ਦਾ ਭਲਾ ਹੋਣਾ ਹੈ, ਇਸ ਜੀਵਨ ਨੂੰ, ਇਸ ਜੀਵਨ ਜਾਂਚ ਨੂੰ ਅਪਣਾ ਕੇ ਤੇਰਾ ਜੀਵਨ ਸਫਲ ਹੋਣਾ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਕੀ ਹੁੰਦਾ ਹੈ? ਜਿਹੜੀ ਤ੍ਰਿਸ਼ਨਾ ਦੀ, ਲੋਭ ਦੀ, ਲਾਲਚ ਦੀ ਪਿਆਸ ਅੰਦਰ ਲੱਗੀ ਹੋਈ ਹੈ, ਚੁੱਕੇ ਭੂਖ ਪਿਆਸ, ਉਹ ਭੁੱਖ ਪਿਆਸ ਜਿਹੜੀ ਹੈ ਪਦਾਰਥਾਂ ਦੀ, ਧਨ ਦੀ, ਮਾਇਆ ਦੀ ਲਾਲਸਾ, ਲਾਲਚ, ਉਹ ਚੁੱਕੇ ਦਾ ਮਤਲਬ ਖਤਮ ਹੋ ਜਾਂਦੀ ਹੈ। ਇਹ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਖਤਮ ਹੋ ਸਕਦੀ। ਭੁੱਖਿਆਂ ਭੁੱਖ ਨਾ ਉਤਰੀ, ਜਿੰਨਾ ਮਰਜੀ ਪੂਰੀਆਂ ਭਾਰ ਬੰਨ ਲਵੇ, ਭਾਵੇਂ ਜਿੰਨੇ ਮਰਜੀ ਸੰਸਾਰ ਦੇ ਪਦਾਰਥ ਇਕੱਠੇ ਕਰ ਲਵੇ, ਨਹੀਂ ਮੁੱਕਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਪਰੇ ਤੋਂ ਪਰੇ ਵੱਧਦੀ ਹੀ ਜਾਵੇਗੀ, ਬੁਝੇਗੀ ਨਹੀਂ। ਬੁਝੇਗੀ ਕਦੋਂ? ਜਦੋਂ ਗੁਰੂ ਦੇ ਦੁਆਰਾ ਸੰਤੋਖ ਦੀ ਪ੍ਰਾਪਤੀ ਹੋਵੇਗੀ। ਤ੍ਰਿਸ਼ਨਾ ਬੁੱਝੇ ਹਰ ਕੇ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ। ਜਦੋਂ ਪ੍ਰਭੂ ਦੇ ਨਾਲ ਪੂਰਨ ਧਿਆਨ ਜੁੜ ਜਾਵੇਗਾ। ਜਿਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੇ ਪਾਸ। ਹੇ ਤਤ ਅੰਮ੍ਰਿਤ ਦੇ ਪਿਆਸੇ ਬਬੀਹੇ, ਜਗਿਆਸੂ ਬਬੀਹੇ, ਜਿਉ ਪਿੰਡ ਸਭ ਤਿਸ ਕਾ। ਇਹ ਸਰੀਰ, ਪਿੰਡ, ਜਿਉ ਆਤਮਾ, ਜਿੰਦ, ਤੇ ਪਿੰਡ ਸਰੀਰ ਨੂੰ ਕਹਿੰਦੇ ਨੇ। ਇਹ ਕਿਹਦਾ ਹੈ? ਤਿਸ ਕਾ ਦਾ ਮਤਲਬ ਹੈ ਉਸ ਪਰਮਾਤਮਾ ਦਾ, ਉਸ ਮਾਲਕ ਦਾ, ਜਿਹੜਾ ਇਸ ਸਾਰੀ ਧਰਤੀ ਦਾ ਮਾਲਕ ਹੈ, ਸਭ ਕੁਛ ਦਾ, ਜੋ ਇੱਕੋ ਇੱਕ ਮਾਲਕ ਪਰਮਾਤਮਾ ਹੈ। ਇਹ ਸਾਰਾ ਕੁਛ ਉਸੇ ਦਾ ਹੈ। ਜਿਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੇ ਪਾਸ। ਉਹਦੇ ਕੋਲ ਸਭ ਕੁਛ ਹੈ। ਘਰ ਤਾਂ ਤੇਰੇ ਸਭ ਕਿਛ ਹੈ, ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਇਹ ਸਾਰਾ ਕੁਛ ਉਸੇ ਦਾ ਹੀ ਹੈ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਉਹ ਇਹੋ ਜਿਹਾ ਵਾਹਿਗੁਰੂ ਹੈ, ਬਿਨਾਂ ਬੋਲਿਆਂ ਤੋਂ ਹੀ ਜੋ ਸਭ ਦੇ ਦਿਲਾਂ ਦੀ ਹਾਲਤ ਨੂੰ ਜਾਣਨ ਵਾਲਾ ਹੈ। ਕਿਸੇ ਦੀ ਵੀ ਬਾਹਰ ਅੰਦਰ ਦੀ ਹਾਲਤ ਜਿਹੜੀ ਹੈ ਉਹਦੇ ਤੋਂ ਛੁਪੀ ਹੋਈ ਨਹੀਂ ਹੈ, ਲੁਕੀ ਹੋਈ ਨਹੀਂ ਹੈ ਕਿ ਅਸੀਂ ਕਹੀਏ ਕਿ ਉਹ ਨਹੀਂ ਜਾਣਦਾ। ਜਿਹੜਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਬਿਨਾਂ ਬੋਲਣ ਤੋਂ ਹੀ ਸਭ ਕੁਝ ਜਾਣਨ ਵਾਲਾ ਹੈ। ਫਿਰ ਉਸ ਨੂੰ ਛੱਡ ਕੇ, ਉਸ ਮਾਲਕ ਨੂੰ ਤਿਆਗ ਕਰਕੇ ਕਿਹਦੇ ਅੱਗੇ ਅਰਦਾਸ ਕਰੀਏ? ਫਿਰ ਕਿਸ ਆਗੇ ਕੀਚੇ ਅਰਦਾਸ। ਫਿਰ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਜਿਹੜਾ ਬਿਨਾਂ ਬੋਲਣ ਤੋਂ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈ। ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ।
ਇਹਦਾ ਕਦਾਚਿਤ ਇਹ ਮਤਲਬ ਨਾ ਸਮਝਿਓ। ਬਹੁਤੇ ਮੈਂ ਕਈ ਵਾਰ ਸੁਣਿਆ ਹੈ, ਸ਼ਾਇਦ ਮੇਰੇ ਮਨ ਦੇ ਵਿੱਚ ਵੀ ਬਹੁਤ ਸਮਾਂ ਪਹਿਲਾਂ ਇਹ ਖਿਆਲ ਸੀ, ਜਦੋਂ ਨਹੀਂ ਇਸ ਬਾਣੀ ਨੂੰ, ਬਾਕੀ ਸ਼ਬਦਾਂ ਨੂੰ, ਭਾਵਨਾ ਮਹਾਰਾਜ ਦੀ ਬਾਣੀ ਦੇ ਅੰਦਰ ਜੋ ਭਾਵ ਅਰਥ ਨੇ ਉਹਨਾਂ ਨੂੰ ਉੱਪਰੇ ਤੌਰ ਤੇ ਪੜ੍ਹੀਦਾ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਵੀ ਅਰਦਾਸ ਕਰਨ ਦੀ ਕੀ ਲੋੜ ਹੈ, ਉਹ ਤੇ ਬਿਨਾਂ ਬੋਲਿਆਂ ਤੋਂ ਹੀ ਜਾਣਦਾ ਹੈ। ਅੱਜ ਵੀ ਕਈ ਵਾਰ ਇਹੀ ਖਿਆਲ ਕਰਦੇ ਨੇ ਕਿ ਜਿਹੜਾ ਰੱਬ ਪ੍ਰਮਾਤਮਾ ਬਿਨਾਂ ਬੋਲਿਆਂ ਤੋਂ ਹੀ ਜਾਣਦਾ, ਉਹਦੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ ਹੈ। ਨਹੀਂ, ਮਹਾਰਾਜ ਨੇ ਕਿਹਾ ਹੈ ਅਰਦਾਸ ਕਰ। ਬੇਨਤੀ ਰੂਪ ਸ਼ਬਦ ਨੇ, ਸ਼ਬਦਾਂ ਨੂੰ ਪੜ੍ਹੋਗੇ ਤੇ ਬਹੁਤ ਸਾਰੇ ਬੇਨਤੀ ਰੂਪ ਹੀ ਸ਼ਬਦ ਤੁਹਾਨੂੰ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਕੀਏ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ। ਬੜੇ ਸ਼ਬਦ ਐਸੇ ਨੇ ਜਿਹੜੇ ਅਰਦਾਸ ਰੂਪ ਨੇ। ਆ ਜਿਹੜੀ ਹੁਣੇ ਅਸੀਂ ਬੇਨਤੀ ਕੀਤੀ ਹੈ ਵਿਸ਼ਵ ਦੀ ਸ਼ਾਂਤੀ ਵਾਸਤੇ, ਇਹ ਸ਼ਬਦ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੇ ਲਿਹੋ ਉਭਾਰ। ਇਹ ਕੀ ਹੈ? ਅਰਦਾਸ ਹੀ ਹੈ। ਤੋ ਮਹਾਰਾਜ ਨੇ ਅਰਦਾਸ ਕਰਨ ਵਾਸਤੇ ਸਾਨੂੰ ਕਿਹਾ ਉਸ ਪਰਮਾਤਮਾ ਦੇ ਅੱਗੇ ਅਰਦਾਸ। ਇਹਦਾ ਮਤਲਬ ਕਦਾਚਿਤ ਨਾ ਇਹ ਲੈਣਾ ਕਿ ਇਹ ਇਸ ਵਾਸਤੇ ਨੇ ਵੀ ਅਰਦਾਸ ਨਹੀਂ ਕਰਨੀ ਚਾਹੀਦੀ। ਮਹਾਰਾਜ ਸਗੋਂ ਸਾਨੂੰ ਦ੍ਰਿੜ ਕਰ ਰਹੇ ਨੇ ਕਿ ਉਹਨੂੰ ਛੱਡ ਕੇ, ਜਿਹੜਾ ਦਿਲ ਦੀ ਜਾਣਨ ਵਾਲਾ ਹੈ, ਹੋਰ ਕਿਸੇ ਦੇ ਅੱਗੇ ਅਰਦਾਸ ਕਰਨੀ ਜਿਹੜੀ ਹੈ ਉਹਦਾ ਕੋਈ ਫਾਇਦਾ ਨਹੀਂ ਹੈ। ਅਰਦਾਸ ਵੀ ਉਸ ਪਰਮਾਤਮਾ ਦੇ ਹੀ ਅੱਗੇ ਕਰਨੀ ਚਾਹੀਦੀ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਮਹਾਰਾਜ ਕਹਿੰਦੇ ਨੇ, ਹੇ ਨਾਨਕ ਆਖ ਹਰੇਕ ਘਟ ਦੇ ਵਿੱਚ, ਘਟ ਦੇ ਟੈਂਕੇ ਨੂੰ ਸਿਆਰੀ ਹੈ, ਘਟ ਘਟ ਹਰੇਕ ਸਰੀਰ ਦੇ ਵਿੱਚ ਉਹ ਆਪੇ ਹੀ ਵਰਤਣ ਵਾਲਾ ਹੈ। ਸ਼ਬਦ ਕਰੇ ਪਰਗਾਸ, ਤੇ ਉਹ ਆਪ ਹੀ ਸ਼ਬਦ ਦੇ ਦੁਆਰਾ ਚਾਨਣ ਕਰਨ ਵਾਲਾ ਹੈ। ਹਰੇਕ ਸਰੀਰ ਵਿੱਚ ਇਹ ਸਿੱਖਿਆ ਉਪਦੇਸ਼, ਇਹ ਚਾਨਣ ਕਰਨ ਵਾਲਾ ਵੀ, ਆਤਮਿਕ ਜੀਵਨ ਦਾ ਚਾਨਣ ਦੇਣ ਵਾਲਾ ਵੀ ਉਹ ਮਾਲਕ ਆਪ ਹੀ ਹੈ ਜੋ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੋ ਮਹਾਰਾਜ ਕਹਿੰਦੇ ਨੇ, ਇਸ ਕਰਕੇ ਹੇ ਜੀਵ ਬਬੀਹੇ, ਤੂੰ ਉਸ ਮਾਲਕ ਦੇ ਨਾਲ ਜੁੜ, ਗੁਰੂ ਦਾ ਗਿਆਨ ਪ੍ਰਾਪਤ ਕਰ। ਗੁਰੂ ਦੇ ਗਿਆਨ ਸਿੱਖਿਆ ਦੇ ਨਾਲ ਤੇਰੀ ਪਿਆਸ ਬੁੱਝਣੀ ਹੈ, ਉਹਦੇ ਅੱਗੇ ਅਰਦਾਸ ਕਰ। ਅਗਲੇ ਸ਼ਲੋਕ ਦੇ ਵਿੱਚ ਮਹਾਰਾਜ ਕਹਿੰਦੇ ਨੇ, ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ। ਬਸੰਤ ਦਾ ਮਤਲਬ ਹੈ ਖੇੜਾ। ਇਹ ਨਾਨਕ ਉਸ ਮਨੁੱਖ ਦੇ ਜੀਵਨ ਦੇ ਵਿੱਚ ਸਦਾ ਖੇੜਾ ਬਣਿਆ ਰਹਿੰਦਾ ਹੈ। ਬਸੰਤ ਖੇੜੇ ਦੀ ਰੁੱਤ ਹੈ। ਇੱਥੇ ਮਤਲਬ ਰੁੱਤ ਦਾ ਹੀ ਹੈ। ਜਿਵੇਂ ਬਾਕੀ ਰੁੱਤਾਂ ਹੈ ਨਾ, ਵਾਰੀ ਵਾਰੀ ਆਉਂਦੀਆਂ ਨੇ, ਪਤਝੜ ਆ ਗਈ, ਫਿਰ ਗਰਮੀ ਗਰੀਖਮ ਰੁੱਤ ਆ ਗਈ, ਸਰਦੀ ਰੁੱਤ ਆ ਗਈ, ਉਹ ਚਲੀ ਗਈ, ਬਰਖਾ ਰੁੱਤ ਆ ਗਈ। ਵਾਰੀ ਵਾਰੀ ਰੁੱਤਾਂ ਦਾ ਆਉਣ ਜਾਣ ਦਾ ਹਿਸਾਬ ਕਿਤਾਬ ਹੈ ਸੰਸਾਰ ਦੇ ਵਿੱਚ ਪਰਮਾਤਮਾ ਨੇ ਰਚਿਆ। ਲੇਕਿਨ ਇੱਕ ਬਸੰਤ ਰੁੱਤ ਉਸ ਮਨੁੱਖ ਦੇ, ਇਹ ਖੇੜੇ ਦੀ ਰੁੱਤ ਜਿਹੜੀ ਹੈ ਉਹਦੇ ਜੀਵਨ ਵਿੱਚ ਸਦਾ ਹੀ ਬਣੀ ਰਹਿੰਦੀ ਹੈ ਜੇ ਸਤਿਗੁਰ ਸੇਵ, ਜਿਹੜੇ ਸਤਿਗੁਰੂ ਦੀ ਸ਼ਰਨ ਪੈ ਜਾਂਦੇ ਨੇ, ਸਤਿਗੁਰੂ ਦੇ ਚਰਨਾਂ ਦੇ ਵਿੱਚ ਜਿਹੜੇ ਸਮਾਏ ਰਹਿੰਦੇ ਨੇ ਨਾ, ਉਹਨਾਂ ਦੇ ਜੀਵਨ ਦਾ ਖੇੜਾ ਮੁੱਕਦਾ ਨਹੀਂ ਹੈ। ਹੋਰ ਰੁੱਤ ਨਹੀਂ ਕੋਈ ਵੀ ਉਹਨਾਂ ਦੇ ਜੀਵਨ 'ਚ ਆਉਂਦੀ, ਬਸ ਬਸੰਤੀ ਰੁੱਤ ਰਹਿੰਦੀ ਹੈ, ਖੇੜਾ ਹੀ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਹੀ ਉਹਨਾਂ ਦੀ ਬਣੀ ਰਹਿੰਦੀ ਹੈ। ਹਰ ਵੁੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰਿਆਵਲ ਹੋਏ। ਜਦੋਂ ਹਰੀ ਤਰੁੱਠਦਾ ਹੈ ਜਿਸ ਜੀਵ ਦੇ ਉੱਪਰ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਉਹਦਾ ਮਨ ਤਨ ਸਭ ਪਰਫੜੈ, ਸਭ ਹਰਿਆ ਭਰਿਆ ਹੋ ਜਾਂਦਾ ਹੈ। ਸਭ ਜਗ ਹਰਿਆਵਲ ਹੋਏ। ਜਿਸ ਤਰ੍ਹਾਂ ਬਸੰਤ ਰੁੱਤ ਦੇ ਨਾਲ ਸਾਰੇ ਪਾਸੇ ਹਰਿਆਵਲ ਆ ਜਾਂਦੀ, ਖੇੜਾ ਆ ਜਾਂਦਾ ਹੈ। ਬਸੰਤ ਚੜਿਆ ਫੁੱਲੀ ਬਨਰਾਏ, ਬਨਰਾਏ ਜਿਹੜੀ ਇਹ ਖਿੜ ਪੈਂਦੀ ਹੈ। ਇਸੇ ਤਰ੍ਹਾਂ ਉਸ ਮਨੁੱਖ ਦਾ ਹਿਰਦਾ ਵੀ ਖਿੜ ਪੈਂਦਾ ਹੈ ਜਿਹਦੇ ਅੰਦਰ ਪ੍ਰਭੂ ਦੀ ਯਾਦ ਆ ਜਾਵੇ, ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਉਹਦੇ ਖੇੜੇ ਨੂੰ ਕੋਈ ਚੁਰਾ ਨਹੀਂ ਸਕਦਾ, ਕੋਈ ਮੁਕਾ ਨਹੀਂ ਸਕਦਾ, ਕੋਈ ਖਤਮ ਨਹੀਂ ਕਰ ਸਕਦਾ।
ਸਤਿਗੁਰੂ ਕਿਰਪਾ ਕਰਨ। ਅਸੀਂ ਵੀ ਤਤ ਬੂੰਦ ਦੇ ਅਬਲਾਖੀ ਬਣੀਏ, ਅੰਮ੍ਰਿਤ ਬੂੰਦ ਦੇ ਅਬਲਾਖੀ ਬਣੀਏ। ਗੁਰੂ ਦੇ ਕੋਲੋਂ ਨਾਮ ਜਲ ਲੈ ਕੇ, ਆਤਮਿਕ ਉਪਦੇਸ਼ ਲੈ ਕੇ, ਪੰਜਾਂ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਦੇ ਧਾਰਨੀ ਹੋ ਕਰਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਸਾਰਿਆਂ ਦੇ ਹਿਰਦਿਆਂ ਦੇ ਸਾੜੇ, ਦੁੱਖ ਤਕਲੀਫਾਂ ਦੂਰ ਕਰਨ, ਆਪਣੇ ਚਰਨਾਂ ਦੇ ਨਾਲ ਸਭ ਨੂੰ ਜੋੜ ਕਰਕੇ ਸਰਬੱਤ ਦਾ ਭਲਾ ਕਰਨ। ਵਿਸ਼ਵ ਦੇ ਵਿੱਚ ਸ਼ਾਂਤੀ ਹੋਵੇ, ਸਕੂਨ ਹੋਵੇ, ਅਮਨ ਹੋਵੇ, ਭਾਈਚਾਰਾ ਹੋਵੇ। ਮਾਲਕ ਅੱਗੇ ਇਹੀ ਅਰਦਾਸ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਫਤਿਹ ਬੁਲਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।